ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਪੜ੍ਹ ਰਹੇ ਹਾਂ ਦੁਖੀਏ ਮਾਂ ਪੁੱਤ ਦੀ ਕਹਾਣੀ, ਜਿਹਦੇ ਵਿੱਚ ਮਹਾਰਾਣੀ ਜਿੰਦਾ ਬਾਰੇ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਬਨਾਰਸ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਹੈ। ਅਤੇ ਅੱਜ ਆਪਾਂ ਪੜ੍ਹਾਂਗੇ ਕਿਸ ਤਰ੍ਹਾਂ ਉਹਨਾਂ ਦਾ ਉੱਥੇ ਕਿਸ ਤਰ੍ਹਾਂ ਦਾ ਟਰੀਟ ਹੁੰਦਾ ਹੈ। ਜਿੰਦਾ ਬਨਾਰਸ ਦੇ ਵਿੱਚ ਮਹਾਰਾਣੀ ਜਿੰਦ ਕੌਰ ਬਨਾਰਸ ਵਿੱਚ ਭੇਜ ਦਿੱਤੀ ਗਈ ਸ਼ੇਖੂਪੁਰ ਤੋਂ। ਉਸਦੀ ਪੈਨਸ਼ਨ ਇੱਥੇ ਦੂਜੀ ਵਾਰੀ ਫਿਰ ਕਟਾ ਦਿੱਤੀ ਗਈ। ਜਦ ਸ਼ੇਖੂਪੁਰੇ ਕੈਦ ਕੀਤੀ ਸੀ ਤਾਂ 2.5 ਲੱਖ ਸੀਗੀ ਅਤੇ ਹੁਣ 48,000 ਸਾਲਾਨਾ ਕਰ ਦਿੱਤੀ। ਬਨਾਰਸ ਪਹੁੰਚਣ 'ਤੇ 12,000 ਰਹਿਣ ਦਿੱਤੀ ਗਈ। ਕਿਹਾ ਗਿਆ ਹੈ ਕਿ ਮਹਾਰਾਣੀ ਆਪਣੇ ਨਾਲ ਬਹੁਤ ਸਾਰੇ ਗਹਿਣੇ ਅਤੇ ਨਕਦ ਰੁਪਏ ਵੀ ਲੈ ਕੇ ਗਈ ਸੀ, ਪਰ ਭਰੋਵਾਲ ਦੀ ਸੁਲ੍ਹਾ ਵੇਲੇ ਇਹ ਸਭ ਕੁਝ ਮਹਾਰਾਣੀ ਦੇ ਕੋਲ ਹੀ ਸੀ ਅਤੇ ਉਸ ਦੇ ਅਹਿਮਦਨਾਮੇ ਵਿੱਚ ਇਹੋ ਜਿਹੀ ਕੋਈ ਸ਼ਰਤ ਨਹੀਂ ਸੀ ਜਿਸ ਨਾਲ ਮਹਾਰਾਣੀ ਦੀ ਪੈਨਸ਼ਨ ਘਟਾਈ ਜਾਵੇ। ਪਰ ਜਦੋਂ ਝਗੜਾ ਤਗੜੇ ਦੇ ਮਾੜੇ ਵਿੱਚ ਹੋਵੇ ਉਦੋਂ ਅਹਿਮਦਨਾਮੇ ਦੇ ਕਾਗਜ਼ ਰੱਦੀ ਦੇ ਟੁਕੜਿਆਂ ਦੇ ਬਰਾਬਰ ਹੀ ਹੋ ਜਾਂਦੇ ਹਨ। ਬਨਾਰਸ ਵਿੱਚ ਮਹਾਰਾਣੀ ਦੀ ਨਿਗਰਾਨੀ 'ਤੇ ਮੈਕਗੇਗਰ ਥਾਪਿਆ ਗਿਆ ਸੀ। 30 ਜੂਨ 1848 ਨੂੰ ਰੈਜੀਡੈਂਟ ਨੇ ਜਿੰਦਾ ਬਾਰੇ ਮਗਰੋਂ ਚਿੱਠੀ ਲਿਖ ਕਰ ਲਈ। ਸਾਜ਼ਿਸ਼ ਬਾਰੇ ਕੁਝ ਚਿੱਠੀਆਂ ਨੇ, ਪਰ ਕਿਹਾ ਨਹੀਂ ਜਾ ਸਕਦਾ ਕਿ ਇਹ ਸੱਚੀਆਂ ਨੇ ਜਾਂ ਝੂਠੀਆਂ। ਜੇ ਸੱਚੀਆਂ ਨੇ ਤਾਂ ਮਹਾਰਾਣੀ ਬੜੀ ਘਿਰਨਾ ਭਰੀ ਸਾਜ਼ਿਸ਼ ਵਿੱਚ ਫਸੀ ਹੋਈ ਹੈ। ਲਾਹੌਰ ਵਿੱਚ ਜੋ ਜ਼ਰੂਰੀ ਕਾਗਜ਼ ਪੱਤਰ ਮਿਲੇ ਹਨ ਉਹਨਾਂ ਵਿੱਚ ਮਹਾਰਾਣੀ ਦੀਆਂ ਕੁਝ ਅਸਲੀ ਚਿੱਠੀਆਂ ਵੀ ਹਨ। ਪੰਜਾਬ ਵਿੱਚ ਝੱਟ-ਪੱਟ ਦੇਸ਼ ਨਿਕਾਲਾ ਦੇ ਦੇਣ ਦੇ ਕਾਰਨ ਉਹਨੂੰ ਦਿੱਤੀਆਂ ਵੀ ਨਹੀਂ ਗਈਆਂ ਸਨ। ਫਿਰ ਜਿੰਦਾ ਦੀ ਤਲਾਸ਼ੀ ਲਈ ਗਈ। ਇਹਨਾਂ ਸ਼ੱਕੀ ਚਿੱਠੀਆਂ, ਜਿਨ੍ਹਾਂ ਬਾਰੇ ਮੈਕਗੇਗਰ ਨੇ ਮੰਨਿਆ ਕਿ ਜਿੰਦਾ ਨਿਰਦੋਸ਼ ਹੈ, ਦੇ ਗੁਨਾਹ ਵਿੱਚ ਮਹਾਰਾਣੀ ਨੂੰ ਸਜ਼ਾ ਦੇ ਦਿੱਤੀ ਗਈ। ਗਵਰਨਰ ਜਨਰਲ ਡਲਹੌਜੀ ਦੇ ਹੁਕਮ ਨਾਲ 14 ਜੁਲਾਈ 1848 ਈਸਵੀ ਨੂੰ ਮਹਾਰਾਣੀ ਦੇ ਗਹਿਣੇ, ਜੋ ਕਿ 50 ਲੱਖ ਦੀ ਕੀਮਤ ਦੇ ਸੀ, ਅਤੇ 2 ਲੱਖ ਨਕਦ ਖੋਹ ਲਿਆ ਗਿਆ ਸੀ। ਇੱਥੇ ਹੀ ਬਸ ਨਹੀਂ, ਐਲਨ ਅਤੇ ਸਟੈਲਨੀ ਨੇ 2 ਮੇਮਾਂ ਕੋਲੋਂ ਜਿੰਦ ਕੌਰ ਅਤੇ ਉਸਦੀਆਂ ਦਾਸੀਆਂ ਦੀ ਸਾਰੇ ਕੱਪੜੇ ਉਤਾਰ ਕੇ ਤਲਾਸ਼ੀ ਕੀਤੀ ਗਈ। ਅੰਗਰੇਜ਼ ਕੌਮ, ਜੋ ਦੁਨੀਆ ਭਰ ਵਿੱਚ ਆਪਣੇ ਆਪ ਨੂੰ ਭਲਮਾਨਸੂ ਅਤੇ ਤਹਿਜ਼ੀਬ ਵਿੱਚ ਸਭ ਨਾਲੋਂ ਅੱਗੇ ਦੱਸਦੀ ਹੈ, ਉਸ ਦਾ ਇੱਕ ਮੁਦੱਬਰ ਹਾਕਮ ਲਾਰਡ ਡਲਹੌਜੀ ਆਪਣੇ ਮੋਏ ਮਿੱਤਰ ਰਣਜੀਤ ਸਿੰਘ ਦੀ ਵਿਧਵਾ ਦੀ ਪੱਤ ਲਾਉਣੋਂ ਨਾ ਝਿਜਕਿਆ। ਉਹ ਮਹਾਰਾਣੀ ਜਿੰਦ ਕੌਰ, ਜੋ ਪਤੀ ਦਾ ਸੁਰਗਵਾਸ ਹੋਣਾ, ਪੁੱਤਰ ਦਾ ਵਿਛੋੜਿਆ ਜਾਣਾ, ਰਾਜ ਭਾਗ ਦਾ ਖੁੱਸਣਾ ਅਤੇ ਬਿਨਾਂ ਗੁਨਾਹੋਂ ਦੇਸ਼ ਨਿਕਾਲਾ ਮਿਲਣਾ ਧੀਰਜ ਨਾਲ ਸਹਿ ਗਈ ਸੀ, ਪਰ ਬੇਪਤੀ ਨੂੰ ਸਹਾਰ ਨਾ ਸਕੀ ਅਤੇ ਫੁੱਟ-ਫੁੱਟ ਕੇ ਰੋ ਪਈ। ਤਲਾਸ਼ੀ ਵਿੱਚ ਜਿੰਦ ਕੌਰ ਦੇ ਸੂਟਕੇਸ ਵਾਲੇ ਕੱਪੜਿਆਂ ਵਿੱਚੋਂ 33 ਚਿੱਠੀਆਂ ਸੰਬੰਧੀ ਲਿਖੀਆਂ ਹੋਈਆਂ ਨਿਕਲੀਆਂ ਸਨ। ਮੈਕਗੇਗਰ ਮੰਨਦਾ ਹੈ ਕਿ ਇਹਨਾਂ ਵਿੱਚੋਂ ਅੰਗਰੇਜ਼ਾਂ ਵਿਰੁੱਧ ਬੂਤੁਕ ਵੀ ਨਹੀਂ ਆਉਂਦੀ ਸੀ। ਜਿੰਦਾ ਦਾ ਗੁਨਾਹ ਕੋਈ ਨਹੀਂ ਸੀ, ਪਰ ਕੀ ਉਸ ਦਾ ਇੰਨਾ ਗੁਨਾਹ ਸੀ? ਇੰਨਾ ਗੁਨਾਹ ਥੋੜ੍ਹਾ ਸੀ ਕਿ ਉਹ ਬੇਗੁਨਾਹ ਸੀ। ਉਸ ਦੀ ਕੈਦ ਅੱਗੇ ਨਾਲੋਂ ਵੀ ਸਖਤ ਕਰ ਦਿੱਤੀ ਗਈ ਅਤੇ ਪੈਨਸ਼ਨ ਮਾਹਵਾਰ 1,000 ਦੀ ਰਹਿਣ ਦਿੱਤੀ ਗਈ। ਫਿਰ ਚਤਰ ਸਿੰਘ ਅਤੇ ਸ਼ੇਰ ਸਿੰਘ ਦੀ ਬਗਾਵਤ ਹੁੰਦੀ ਹੈ। ਹੁਣ ਪੰਜਾਬ ਵਿੱਚ ਸਿਪਾਹੀਆਂ ਦੇ ਦਿਲਾਂ ਵਿੱਚ ਬਲਦੀ ਅੱਗ 'ਤੇ ਤੇਲ ਪਾਉਣ ਵਾਲੀ ਕਸਰ ਪੂਰੀ ਹੋ ਚੁੱਕੀ ਸੀ। ਇਹ ਖਬਰ ਸੁਣੀ ਤਾਂ ਅੰਦਰੋਂ ਅੰਦਰ ਦੁੱਖ ਦੀ ਭਾਂਬੜ ਬਣ ਕੇ ਬਲ ਉੱਠੀ। ਉੱਧਰੋਂ ਰੈਜੀਡੈਂਟ ਨੇ ਮਹਾਰਾਜਾ ਦਲੀਪ ਸਿੰਘ ਦੇ ਵਿਆਹ ਦਾ ਦਿਨ ਪੱਕਾ ਕਰਨ ਤੋਂ ਨਾਂਹ ਕਰ ਦਿੱਤੀ, ਸੋ ਸਾਰੇ ਪੱਛਮੀ ਪੰਜਾਬ ਵਿੱਚ ਫੌਜਾਂ ਨੇ ਬਗਾਵਤ ਕਰ ਦਿੱਤੀ। ਹਜ਼ਾਰੇ ਵਿੱਚ ਚਤਰ ਸਿੰਘ ਅਟਾਰੀ ਅਤੇ ਮੁਲਤਾਨ ਵਿੱਚ ਉਸਦੇ ਪੁੱਤਰ ਰਾਜਾ ਸ਼ੇਰ ਸਿੰਘ ਨੇ ਬਗਾਵਤ ਕਰ ਦਿੱਤੀ। 14 ਸਤੰਬਰ 1848 ਨੂੰ ਰਾਜਾ ਸ਼ੇਰ ਸਿੰਘ ਨੇ ਹੇਠ ਲਿਖਿਆ ਐਲਾਨ ਕੱਢਿਆ ਕਿ ਸਾਰੇ ਪੰਜਾਬੀਆਂ ਅਤੇ ਹੋਰਨਾਂ ਲੋਕਾਂ ਨੂੰ ਇਹ ਗੱਲ ਲੁਕੀ ਹੋਈ ਨਹੀਂ ਕਿ ਸੱਚਖੰਡ ਵਾਸੀ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਮਹਾਰਾਣੀ ਜਿੰਦ ਕੌਰ ਉੱਤੇ ਫਰੰਗੀਆਂ ਨੇ ਕਿਸ ਤਰ੍ਹਾਂ ਅਤਿਆਚਾਰ ਕੀਤਾ ਹੈ। ਉਹਦੀ ਜੋ ਬੇਪਤੀ ਕੀਤੀ ਹੈ ਅਤੇ ਪਰਜਾ ਉੱਤੇ ਫਰੰਗੀਆਂ ਨੇ ਜੋ ਸਖਤੀਆਂ ਕੀਤੀਆਂ ਹਨ, ਉਹ ਕਿਸੇ ਨਾਲੋਂ ਗੁੱਝੀਆਂ ਨਹੀਂ ਹਨ। ਪਹਿਲਾਂ ਤਾਂ ਪੰਜਾਬੀਆਂ ਦੀ ਮਾਤਾ ਜਿਹੀ ਰਾਣੀ ਜਿੰਦ ਕੌਰ ਨੂੰ ਦੇਸ਼ ਨਿਕਾਲਾ ਦੇ ਕੇ ਸੁਲ੍ਹਾ ਤੋੜੀ ਹੈ, ਅਤੇ ਦੂਜੀ ਗੱਲ ਸਾਡੇ ਮਹਾਰਾਜਾ ਰਣਜੀਤ ਸਿੰਘ ਦੀ ਸੰਤਾਨ ਵਰਗੇ ਸਿੰਘਾਂ ਉੱਤੇ ਅਜਿਹੇ ਅਨਿਆਂ ਅਤੇ ਜ਼ੁਲਮ ਕੀਤਾ ਹੈ, ਅਸੀਂ ਧਰਮੋਂ ਵੀ ਹੀਣ ਹੋ ਗਏ ਹਾਂ। ਤੀਜੀ ਗੱਲ ਸਿੱਖ ਰਾਜ ਦੀ ਪਹਿਲੀ ਵਡਿਆਈ ਨਹੀਂ ਰਹੀ। ਸੋ ਹੁਣ ਕੀ ਵੇਖਦੇ ਹਾਂ, ਆਓ ਸਾਰੇ ਸਰਬੰਸ ਦੀ ਰੱਖਿਆ ਵਾਸਤੇ ਇੱਕ ਹੋ ਜਾਓ। ਸ਼ੇਰ ਸਿੰਘ ਦੀਆਂ ਲੜਾਈਆਂ ਇਹ ਹੈ ਜਿਸ ਨੂੰ ਸਿੱਖਾਂ ਦੀ ਦੂਸਰੀ ਲੜਾਈ ਆਖਦੇ ਹਨ। ਰਾਜਾ ਸ਼ੇਰ ਸਿੰਘ ਦੇ ਬਾਗੀ ਹੋਣ ਨਾਲ 30-32 ਹਜ਼ਾਰ ਫੌਜ ਬਾਗੀ ਹੋ ਗਈ। ਲਾਰਡ ਡਲਹੌਜੀ ਦੀ ਮਨ ਦੀ ਮੁਰਾਦ ਪੂਰੀ ਹੋਈ। ਪੰਜਾਬ ਦੇ ਇੱਕ ਹਿੱਸੇ ਖੁੱਲ੍ਹੀ ਬਗਾਵਤ ਹੋਈ, ਜਿਸ ਬਹਾਨੇ ਉਹ ਪੰਜਾਬ ਨੂੰ ਹੜੱਪ ਕਰ ਸਕੇ। ਲਾਰਡ ਗਫ ਸਰਕਾਰ ਅੰਗਰੇਜ਼ੀ ਦਾ ਪ੍ਰਧਾਨ ਸੈਨਾਪਤੀ ਸੀ, ਬੜੀ ਤਗੜੀ ਫੌਜ ਲੈ ਕੇ ਮਹਾਰਾਜਾ ਦਲੀਪ ਸਿੰਘ ਦੇ ਮੁਲਕ ਵਿੱਚ ਵੜਿਆ। ਰਾਜਾ ਸ਼ੇਰ ਸਿੰਘ ਨਾਲ 4 ਤਗੜੀਆਂ ਲੜਾਈਆਂ ਹੋਈਆਂ। ਰਾਮਨਗਰ ਦੀ 22 ਨਵੰਬਰ ਨੂੰ 1848 ਨੂੰ, ਸੈਦਲਾਪੁਰ 4 ਦਸੰਬਰ, ਚੇਲੀਆਂਵਾਲੀ 13 ਜਨਵਰੀ 1849 ਨੂੰ, ਗੁਜਰਾਤ ਦੀ 21 ਫਰਵਰੀ 1849 ਈਸਵੀ ਨੂੰ। ਪਹਿਲੀਆਂ ਤਿੰਨਾਂ ਵਿੱਚ ਸਿੱਖਾਂ ਦਾ ਪਾਸਾ ਭਾਰਾ ਰਿਹਾ, ਪਰ ਚੌਥੀ ਲੜਾਈ ਗੁਜਰਾਤ ਵਿੱਚ ਬਰੂਦ ਸਿੱਕਾ ਮੁੱਕਣ 'ਤੇ ਸਿੱਖ ਹਾਰ ਗਏ। ਇੱਥੇ ਹਾਰਨਾ ਹੀ ਸੀ, ਕਿਉਂਕਿ ਡਲਹੌਜੀ ਦੀ ਸਰਕਾਰ ਨੇ ਸਾਰੇ ਅਹਿਮਦਨਾਮੇ ਅਤੇ ਐਲਾਨਾਂ ਦੇ ਇਕਰਾਰ ਭੁੱਲ ਕੇ ਆਪਣੀ ਰੱਖਿਆ ਵਿੱਚ ਲਏ ਹੋਏ ਬਾਲਕ ਮਹਾਰਾਜਾ ਦਲੀਪ ਸਿੰਘ ਦੇ ਮੁਲਕ 'ਤੇ ਕਬਜ਼ਾ ਜਿਉਂ ਕਰ ਲਿਆ ਸੀ। ਗੁਜਰਾਤ ਵਿੱਚ ਹਾਰ ਕੇ ਨੱਸੇ ਹੋਏ ਸਿੱਖਾਂ ਨੂੰ 14 ਮਾਰਚ ਨੂੰ ਰਾਵਲਪਿੰਡੀ ਘੇਰ ਲਿਆ ਗਿਆ।
ਸਿਪਾਹੀਆਂ ਦੇ ਹਥਿਆਰ ਖੋਹ ਕੇ ਘਰੋਂ ਘਰੀ ਘੱਲ ਦਿੱਤਾ ਗਿਆ। ਵੱਡੇ ਵੱਡੇ ਸਰਦਾਰਾਂ ਨੂੰ ਕੈਦ ਕਰ ਲਿਆ ਗਿਆ। ਸਾਰੇ ਪੰਜਾਬ ਵਿੱਚ ਅਮਨ ਹੋ ਗਿਆ। ਹੁਣ ਇਨਸਾਫ ਦਾ ਵੇਲਾ ਆਇਆ, ਪਰ ਰਾਜਨੀਤੀ ਕੀ ਤੇ ਇਨਸਾਫ ਕੀ? ਫਿਰ ਡਲਹੌਜ਼ੀ ਤੋਂ ਇਨਸਾਫ ਦੀ ਕੀ ਆਸ? ਜਿਸ ਦਲੀਪ ਸਿੰਘ ਨੂੰ ਗਵਰਨਰ ਜਨਰਲ ਨੇ ਭਰੋਵਾਲ ਦੀ ਸੁਲਾਹ ਅਨੁਸਾਰ ਆਪਣੀ ਰੱਖਿਆ ਵਿੱਚ ਲਿਆ ਹੋਇਆ ਸੀ, ਜਿਸ ਮਹਾਰਾਜੇ ਦੇ ਨਾਮ ਥੱਲੇ ਮੁਲਤਾਨ ਤੇ ਸ਼ੇਰ ਸਿੰਘ ਦੀਆਂ ਲੜਾਈਆਂ ਲੜੀਆਂ ਗਈਆਂ, ਜਿਸ ਬਾਲਕ ਦਲੀਪ ਸਿੰਘ ਨੂੰ ਡਲਹੌਜ਼ੀ ਆਪਣਾ ਪੁੱਤਰ ਆਖਦਾ ਸੀ, ਉਸੇ 11 ਸਾਲ ਦੇ ਨਿਰਦੋਸ਼ ਤੇ ਮਾਸੂਮ ਦਲੀਪ ਸਿੰਘ ਦੀ ਗਰਦਨ ਉੱਤੇ ਡਲਹੌਜ਼ੀ ਨੇ ਕਲਮ ਦੀ ਛੁਰੀ ਚਲਾ ਦਿੱਤੀ। 29 ਮਾਰਚ 1849 ਈਸਵੀ ਨੂੰ ਪੰਜਾਬ ਦੀ ਜ਼ਬਤੀ ਦਾ ਐਲਾਨ ਕਰ ਦਿੱਤਾ ਗਿਆ। 28 ਮਾਰਚ ਨੂੰ ਇਲੀਅਟ ਡਲਹੌਜ਼ੀ ਦਾ ਐਲਾਨ ਲੈ ਕੇ ਲਾਹੌਰ ਆਇਆ। ਉਸਨੇ ਕੌਂਸਲ ਦੇ ਕੁਝ ਮੈਂਬਰਾਂ ਤੋਂ ਡਰਾ ਧਮਕਾ ਕੇ ਰਾਤ ਦੀ ਸੁਲਾਹ 'ਤੇ ਦਸਤਖਤ ਕਰਾ ਲਏ। ਅਗਲੇ ਦਿਨ 29 ਮਾਰਚ ਨੂੰ ਦਰਬਾਰ ਹੋਇਆ, ਜਿਸ ਵਿੱਚ ਬਾਲਕ ਮਹਾਰਾਜਾ ਦਲੀਪ ਸਿੰਘ ਨੂੰ ਅੰਤ ਦੀ ਵਾਰ ਸਿੱਖ ਰਾਜ ਦੇ ਸਿੰਘਾਸਨ 'ਤੇ ਬਿਠਾਇਆ। ਸਭ ਸਿੱਖ ਦਰਬਾਰੀ ਮਾਤਮੀ ਕੱਪੜੇ ਪਹਿਨ ਕੇ ਆਏ ਸਨ। ਇੱਕ ਪਾਸੇ ਸਿੱਖ ਤੇ ਇੱਕ ਪਾਸੇ ਅੰਗਰੇਜ਼ ਕਰਮਚਾਰੀ ਬੈਠੇ ਹੋਏ ਸਨ। ਲਾਰਡ ਡਲਹੌਜ਼ੀ ਦਾ ਲੰਮਾ ਸਾਰਾ ਐਲਾਨ ਪੜ੍ਹਿਆ, ਫਿਰ ਆਖਰੀ ਅਹਿਮਦਨਾਮੇ ਦੀਆਂ ਸ਼ਰਤਾਂ ਸੁਣਾਈਆਂ, ਜੋ ਇਸ ਪ੍ਰਕਾਰ ਸਨ। ਆਖਰੀ ਸੁਲਾਹ ਦੀਆਂ ਸ਼ਰਤਾਂ ਕੀ ਸਨ? ਮਹਾਰਾਜਾ ਦਲੀਪ ਸਿੰਘ ਆਪਣੇ ਵੱਲੋਂ, ਆਪਣੇ ਵਾਰਸਾਂ ਵੱਲੋਂ ਤੇ ਆਪਣੇ ਉੱਤਰਾਧਿਕਾਰੀਆਂ ਵੱਲੋਂ ਪੰਜਾਬ ਰਾਜ ਦੇ ਸਾਰੇ ਹੱਕ ਤੇ ਦਾਅਵਿਆਂ ਨੂੰ ਤਿਆਗਦਾ ਹੈ। ਲਾਹੌਰ ਦਰਬਾਰ ਸਿਰ ਸਰਕਾਰ ਅੰਗਰੇਜ਼ੀ ਦਾ ਜੋ ਕਰਜ਼ਾ ਹੈ, ਉਸ ਬਦਲੇ ਤੇ ਇਸ ਲੜਾਈ ਦੇ ਖਰਚਿਆਂ ਬਦਲੇ ਲਾਹੌਰ ਰਿਆਸਤ ਦੀ ਹਰ ਤਰ੍ਹਾਂ ਦੀ ਜਾਇਦਾਦ ਜਿੱਥੇ ਵੀ ਹੋਵੇ ਸਰਕਾਰ ਜ਼ਬਤ ਕਰੇਗੀ। ਕੋਹਿਨੂਰ ਹੀਰਾ ਜੋ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਸੁਜਾ ਕੋਲੋਂ ਲਿਆ ਸੀ, ਲਾਹੌਰ ਦਾ ਮਹਾਰਾਜਾ ਇੰਗਲੈਂਡ ਦੀ ਮਲਕਾ ਨੂੰ ਭੇਟ ਕਰੇਗਾ। ਮਹਾਰਾਜਾ ਦਲੀਪ ਸਿੰਘ ਆਪਣੇ ਸੰਬੰਧੀਆਂ ਦੀ ਰਿਆਸਤ ਤੇ ਨੌਕਰਾਂ ਦੀਆਂ ਸਹਾਇਤਾ ਨਾਲ ਈਸਟ ਇੰਡੀਆ ਕੰਪਨੀ ਪਾਸੋਂ ਇੱਕ ਰਕਮ ਲਵੇਗਾ, ਜੋ ਕੰਪਨੀ ਦੇ ਰੁਪਏ 4 ਲੱਖ ਤੋਂ ਘੱਟ ਤੇ 5 ਲੱਖ ਤੋਂ ਵੱਧ ਨਹੀਂ ਹੋਵੇਗੀ। ਮਹਾਰਾਜੇ ਦੀ ਇੱਜ਼ਤ ਤੇ ਸਨਮਾਨ ਕਾਇਮ ਰੱਖਿਆ ਜਾਵੇਗਾ। ਉਹ ਮਹਾਰਾਜਾ ਦਲੀਪ ਸਿੰਘ ਬਹਾਦਰ ਦਾ ਖਿਤਾਬ ਰੱਖੇਗਾ ਤੇ ਉਹ ਆਪਣੀ ਉਮਰ ਭਰ ਉੱਪਰ ਦੱਸੀ ਪੈਨਸ਼ਨ ਦਾ ਉਨਾ ਹਿੱਸਾ ਲਿਆ ਕਰੇਗਾ ਜੋ ਉਸ ਨੂੰ ਜਾਤੀ ਤੌਰ ਤੇ ਦਿੱਤਾ ਜਾਵੇਗਾ। ਪਰ ਜੇ ਉਹ ਅੰਗਰੇਜ਼ਾਂ ਦਾ ਤਾਬੇਦਾਰ ਰਹੇਗਾ ਤਾਂ ਉਹ ਰਿਹਾਇਸ਼ ਰੱਖੇਗਾ, ਜਿੱਥੇ ਗਵਰਨਰ ਜਨਰਲ ਉਸ ਲਈ ਥਾਂ ਤਜਵੀਜ਼ ਕਰੇਗਾ। ਰੈਜੀਨੈਂਸੀ ਦੇ ਕਮਿਸ਼ਨਰ ਨੇ ਸੁਲਾਹ ਦਾ ਕਾਗਜ਼ ਅੱਗੇ ਕੀਤਾ। ਤੇਜ ਸਿੰਘ ਨੇ ਫੜ ਕੇ ਮਹਾਰਾਜਾ ਦਲੀਪ ਸਿੰਘ ਦੇ ਪੇਸ਼ ਕੀਤਾ। ਉਸਨੇ ਬੜੀ ਛੇਤੀ ਨਾਲ ਕਾਗਜ਼ ਫੜਿਆ ਤੇ ਉੱਪਰ ਦਸਤਖਤ ਕਰ ਦਿੱਤੇ। ਜਿਸ ਕਾਲੀ ਨਾਲ ਉਸਨੇ ਦਸਤਖਤ ਕੀਤੇ, ਮਾਲੂਮ ਹੁੰਦਾ ਹੈ ਕਿ ਉਸਨੂੰ ਸਮਝਾਇਆ ਗਿਆ ਸੀ ਕਿ ਢਿੱਲ ਕਰਨ ਦੇ ਨਾਲ ਕੰਮ ਅਸਲੋਂ ਵਿਗੜ ਜਾਵੇਗਾ। ਤਾਂ ਇਹ ਵੀ ਪ੍ਰਗਟ ਹੁੰਦਾ ਕਿ ਬਾਲਕ ਉਹ ਹੋਣ ਦੇ ਕਾਰਨ ਉਸਨੂੰ ਇੰਨਾ ਗਿਆਨ ਨਹੀਂ ਸੀ ਕਿ ਉਹ ਬਾਦਸ਼ਾਹੀ ਤਖ਼ਤ ਤੋਂ ਉਤਾਰ ਕੇ ਧੂਵੇਂ ਦਾ ਫਕੀਰ ਬਣਾਇਆ ਜਾ ਰਿਹਾ ਹੈ। ਸੁਲਾਹ ਦੇ ਕਾਗਜ਼ ਦੇ ਦਸਤਖਤ ਕਰਾਉਣ ਵਾਲਾ ਕਮਿਸ਼ਨਰ ਆਪ ਮੰਨਦਾ ਹੈ ਕਿ ਕਾਗਜ਼ ਮਹਾਰਾਜੇ ਦੇ ਹਵਾਲੇ ਕੀਤੇ ਗਏ, ਜਿਸ ਨੇ ਝਟਪਟ ਉਸ ਉੱਤੇ ਦਸਤਖਤ ਕੀਤੇ। ਜਿਸ ਫੁਰਤੀ ਨਾਲ ਉਸਨੇ ਕਾਗਜ਼ ਫੜੇ, ਸਭ ਨੂੰ ਹੈਰਾਨ ਕਰਨ ਵਾਲੀ ਗੱਲ ਸੀ ਤੇ ਇਸ ਤੋਂ ਪ੍ਰਗਟ ਹੁੰਦਾ ਹੈ ਕਿ ਉਹਦੇ ਸਲਾਹਕਾਰਾਂ ਨੇ ਉਸਨੂੰ ਸਿਖਾਇਆ ਹੋਇਆ ਸੀ ਕਿ ਉਸਨੇ ਦਤਾ ਵੀ ਦੇਰੀ ਕੀਤੀ ਤਾਂ ਇਹਨਾਂ ਦੇ ਬਦਲੇ ਇਸ ਤੋਂ ਵੀ ਘੱਟ ਫਾਇਦੇ ਵਾਲੀਆਂ ਸ਼ਰਤਾਂ ਉਹਦੇ ਸਾਹਮਣੇ ਰੱਖੀਆਂ ਜਾਣਗੀਆਂ। ਇਵਾਨਸ ਬੈਲ ਲਿਖਦਾ ਹੈ ਕਿ ਅਸੀਂ ਜਾਣਦੇ ਹਾਂ ਕਿ ਉਹਦੇ ਸਲਾਹਕਾਰਾਂ ਨੂੰ ਧਮਕੀ ਦਿੱਤੀ ਗਈ ਸੀ ਕਿ ਸ਼ਰਤਾਂ ਨਾ ਪ੍ਰਵਾਨ ਕਰਨ ਤੇ ਉਹਨਾਂ ਦੇ ਸ਼ਹਿਜ਼ਾਦੇ ਦੇਸ਼ ਨਿਕਾਲੇ ਦਾ ਤਬਾਹੀ ਦਾ ਹੁਕਮ ਦਿੱਤਾ ਜਾਵੇਗਾ। ਮਹਾਰਾਜੇ ਨੇ ਜਿਸ ਖਿਆਲ, ਜਿਸ ਫੁਰਤੀ, ਜਿਸ ਕਾਲੀ ਤੇ ਬੇਚੈਨੀ ਨਾਲ ਕਾਗਜ਼ ਨੂੰ ਫੜਿਆ, ਦਸਤਖਤ ਕੀਤੇ, ਇਹਨਾਂ ਕਹਿਣਾ ਹੀ ਕਾਫੀ ਹੈ ਕਿ ਉਹ 11 ਸਾਲ ਦਾ ਬੱਚਾ ਸੀ ਤੇ ਇਹੋ ਜਿਹੇ ਮਾਮਲਿਆਂ ਵਿੱਚ ਆਪਣੇ ਰਾਏ ਪ੍ਰਗਟ ਕਰਨ ਦੇ ਕਾਬਲ ਨਹੀਂ ਸੀ। ਐਲਾਨ ਪੜ੍ਹਿਆ ਗਿਆ, ਅਹਿਮਦਨਾਮੇ ਤੇ ਦਸਤਖਤ ਹੋ ਗਏ। ਬਾਲਕ ਮਹਾਰਾਜੇ ਨੂੰ ਖਾਲਸੇ ਤਖ਼ਤ ਤੋਂ ਸਦਾ ਵਾਸਤੇ ਉਤਾਰ ਦਿੱਤਾ ਗਿਆ। ਉਸ ਵੇਲੇ ਧਰਮ ਤੇ ਇਨਸਾਫ ਡਲਹੌਜ਼ੀ ਦੀ ਨੀਤੀ ਦੇ ਸਾਹਮਣੇ ਸਿਰ ਝੁਕਾਈ ਰੋ ਰਹੇ ਸਨ। ਦੂਜਾ ਕਾਂਡ ਹੁੰਦਾ, ਜਿੰਦਾ ਬਨਾਰਸ ਦੇ ਵਿੱਚ ਹੁੰਦੀ ਹੈ। ਅਸੀਂ ਮਹਾਰਾਣੀ ਜਿੰਦ ਕੌਰ ਨੂੰ ਬਨਾਰਸ ਵਿੱਚ ਮੈਕਗੇਗਰ ਦੀ ਕੈਦ ਵਿੱਚ ਛੱਡ ਆਏ ਸਾਂ। 14 ਜੁਲਾਈ 1848 ਨੂੰ ਉਸ ਦਾ ਜਾਮਾ ਤਲਾਸ਼ੀ ਕੀਤੀ ਗਈ। ਉਸ ਦੇ ਗਹਿਣੇ ਤੇ ਨਕਦੀ ਖੋਹ ਲਈ ਗਈ। ਭਰੋਵਾਲ ਦੀ ਸੁਲਾਹ ਦੇ ਉਲਟ ਉਸ ਦੀ ਪੈਨਸ਼ਨ ਘਟਾ ਕੇ 1000 ਮਹੀਨਾ ਕਰ ਦਿੱਤੀ ਗਈ। ਕੈਦ ਇੰਨੀ ਸਖਤ ਸੀ ਕਿ ਉਹ ਆਪਣੇ ਬੇਗਾਨੇ ਦੇ ਸਾਹਮਣੇ ਦਿਲ ਦੀ ਹਵਾੜ ਵੀ ਨਹੀਂ ਕੱਢ ਸਕਦੀ ਸੀ। ਜੀਵਨ ਸਿੰਘ ਤੇ ਨਿਊ ਮਾਰਚ। ਮਹਾਰਾਣੀ ਦੇ ਪੁਰਾਣਾ ਵਕੀਲ ਜੀਵਨ ਸਿੰਘ ਨੇ ਮਹਾਰਾਣੀ ਨੂੰ ਮਿਲਣ ਦੀ ਆਗਿਆ ਮੰਗੀ, ਪਰ ਸਰਕਾਰ ਨੇ ਪ੍ਰਵਾਨ ਨਾ ਕੀਤੀ। ਜੀਵਨ ਸਿੰਘ ਕਲਕੱਤੇ ਗਿਆ। ਉਹਨੇ ਕਈ ਵਾਰੀ ਗਵਰਨਰ ਜਨਰਲ ਕੋਲ ਬੇਨਤੀ ਕੀਤੀ, ਪਰ ਮਹਾਰਾਣੀ ਨੂੰ ਮਿਲਣ ਦੀ ਆਗਿਆ ਉਸਨੂੰ ਨਹੀਂ ਮਿਲੀ। ਹੋਰ ਕੋਈ ਉਪਾਅ ਨਾ ਵੇਖ ਕੇ ਜੀਵਨ ਸਿੰਘ ਨੇ ਇੱਕ ਅੰਗਰੇਜ਼ ਨਿਊ ਮਾਰਚ ਨੂੰ ਮਹਾਰਾਣੀ ਦਾ ਵਕੀਲ ਬਣਾ ਦਿੱਤਾ। ਗਵਰਨਰ ਜਨਰਲ ਨੇ ਨਿਊ ਮਾਰਚ ਨੂੰ ਇਕੱਲਿਆਂ ਮਹਾਰਾਣੀ ਨੂੰ ਮਿਲਣ ਦੀ ਆਗਿਆ ਦਿੱਤੀ। ਨਿਊ ਮਾਰਚ ਬਨਾਰਸ ਆਇਆ ਤੇ 8 ਦਿਨ ਇੱਥੇ ਰਿਹਾ। ਉਹ ਇਕੱਲਾ ਕਈ ਵਾਰੀ ਮਹਾਰਾਣੀ ਨੂੰ ਮਿਲਿਆ। ਉਹਨੇ ਮਹਾਰਾਣੀ ਦੇ ਖਰਚਾਂ ਦਾ ਇੱਕ ਚਿੱਠਾ ਤਿਆਰ ਕੀਤਾ। 2000 ਮਾਹਵਾਰ ਖਰਚ ਦੀ ਸਿਫਾਰਿਸ਼ ਕਰਕੇ ਮੈਕਗੇਗਰ ਦੇ ਪਾਸ ਗਿਆ। ਨਾਲ ਹੀ ਆਪਣੀ ਰਿਪੋਰਟ ਵਿੱਚ ਲਿਖਿਆ ਕਿ ਅੰਗਰੇਜ਼ੀ ਵਿਚਾਰ ਤੋਂ ਮਹਾਰਾਣੀ ਦੇ ਖਰਚ ਦੀ ਇੰਨੀ ਰਕਮ ਵਿਅਰਥ ਹੈ, ਖਰਚ ਦੀ ਕਿੰਨੀ ਹੀ ਰਕਮ ਹਾਸੋ ਹਾਣੀ ਹੈ। ਪਰ ਮਹਾਰਾਣੀ ਆਖਦੀ ਹੈ ਕਿ ਖਰਚ ਪਹਿਲਾਂ ਕਰਦੀ ਰਹੀ ਹੈ। ਜੇ ਉਸਨੇ ਹੁਣ ਇਹ ਸਾਰੇ ਬੰਦ ਕਰ ਦਿੱਤੇ ਹਨ ਤਾਂ ਉਹਦਾ ਨੌਕਰਾਂ ਚਾਕਰਾਂ ਵਿੱਚ ਕਿੰਨੀ ਹਾਨੀ ਹੋਵੇਗੀ।
ਮੈਕਗ੍ਰਿਗਰ ਨੇ ਆਪਣੀ ਸਿਫਾਰਸ਼ ਕਰਕੇ ਚਿੱਠਾ 23 ਅਕਤੂਬਰ 1848 ਨੂੰ ਗਵਰਨਰ ਜਨਰਲ ਨੂੰ ਭੇਜਿਆ। ਅੱਗੋਂ 5 ਨਵੰਬਰ ਨੂੰ ਗਵਰਨਰ ਜਨਰਲ ਦਾ ਜਵਾਬ ਆਇਆ। ਇਸ ਵੇਲੇ ਜੋ ਰਕਮ ਮਹਾਰਾਣੀ ਨੂੰ ਖਰਚ ਵਾਸਤੇ ਮਿਲਦੀ ਹੈ ਉਸ ਨਾਲ ਚੰਗੀ ਤਰ੍ਹਾਂ ਨਿਰਵਾਹ ਕਰ ਸਕਦੀ ਹੈ। ਦੁਬਾਰਾ ਚੇਤਾਵਨੀ ਕਰਾਉਣ 'ਤੇ ਗਵਰਨਰ ਜਨਰਲ ਨੇ 11 ਨਵੰਬਰ ਨੂੰ ਲਿਖਿਆ ਕਿ ਗਵਰਨਰ ਜਨਰਲ ਮਹਾਰਾਣੀ ਦੀ ਬੇਨਤੀ ਪੱਤਰ 'ਤੇ ਵਿਚਾਰ ਕਰਨ ਦੀ ਕੋਈ ਲੋੜ ਨਹੀਂ ਸਮਝਦੇ। ਉਸਨੇ ਮਹਾਰਾਣੀ ਦੀ ਪ੍ਰਾਰਥਨਾ ਪ੍ਰਵਾਨ ਨਹੀਂ ਕੀਤੀ। ਮੁੱਕਦੀ ਗੱਲ, ਮਹਾਰਾਣੀ ਦੀਆਂ ਬੇਨਤੀਆਂ ਦਾ ਕੋਈ ਧਿਆਨ ਨਾ ਦਿੱਤਾ ਗਿਆ। ਹਰ ਚੰਦ ਮੇ ਚੁੱਕ ਚੁੱਕ ਕੇ ਕੀਏ ਸੈਂਕੜੋਂ ਸਜਦੇ, ਪਰ ਖਮ ਨਾ ਹੋਈ ਉਸ ਬੁੱਤੇ ਮਗਰੂਰ ਕੀ ਗਰਦਨ। ਫਿਰ ਨਿਊ ਮਾਰਚ ਨੇ ਕਲਕੱਤਾ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ, ਪਰ ਉੱਥੇ ਵੀ ਕੋਈ ਨਾ ਸੁਣੀ ਗਈ। ਫਿਰ ਉਸਨੇ ਮਹਾਰਾਣੀ ਨੂੰ ਵਲਾਇਤ ਵਿੱਚ ਕੋਰਟ ਆਫ ਡਾਇਰੈਕਟਰ ਪਾਸ ਬੇਨਤੀ ਕਰਨ ਦੀ ਸਲਾਹ ਦਿੱਤੀ ਤੇ ਇਸ ਕੰਮ ਦੇ ਖਰਚ ਵਾਸਤੇ 50,000 ਰੁਪਇਆ ਮੰਗਿਆ। ਪਰ ਜੇ ਮਹਾਰਾਣੀ 50,000 ਰੁਪਇਆ ਦੇਣ ਜੋਗੀ ਹੁੰਦੀ ਤਾਂ ਫਿਰ 1,000 ਵਾਸਤੇ ਡਲਹੌਜੀ ਸਾਹਮਣੇ ਕਿਉਂ ਤਰਲੇ ਕਰਦੀ। ਸੋ ਇਹ ਰੋਣਾ ਧੋਣਾ ਇੱਥੇ ਦਾ ਇੱਥੇ ਰਹਿ ਗਿਆ। ਪੈਨਸ਼ਨ 1,000 ਹੀ ਰਹੀ। ਜਿਉਂ-ਜਿਉਂ ਪੱਛਮੀ ਪੰਜਾਬ ਵਿੱਚ ਬਗਾਵਤ ਦੀ ਅੱਗ ਜ਼ੋਰ ਫੜਦੀ ਗਈ, ਤਿਉਂ-ਤਿਉਂ ਮਹਾਰਾਣੀ ਦੀ ਕੈਦ ਵੀ ਸਖਤ ਹੁੰਦੀ ਗਈ। 13 ਜਨਵਰੀ 1849 ਨੂੰ ਝੇਲੀਆਂਵਾਲੀ ਦੇ ਯੁੱਧ ਵਿੱਚ ਅੰਗਰੇਜ਼ ਫੌਜ ਦਾ ਬਹੁਤ ਬੁਰਾ ਹਾਲ ਹੋਇਆ। ਇਸ ਦੇ ਨਤੀਜੇ ਵੇਖ ਕੇ ਅੰਗਰੇਜ਼ ਜਨਰਲ ਬਹੁਤ ਘਬਰਾ ਗਏ ਤੇ ਬਹੁਤ ਇਸ ਅੱਗ ਨੂੰ ਛੇਤੀ-ਛੇਤੀ ਸ਼ਾਂਤ ਕਰਨਾ ਚਾਹੁੰਦੇ ਸਨ। ਮਾਊਂਟੇਨ ਨੇ ਗਵਰਨਰ ਜਨਰਲ ਡਲਹੌਜੀ ਕੋਲ ਬੇਨਤੀ ਕੀਤੀ ਕਿ ਜੇ ਮਹਾਰਾਣੀ ਨੂੰ ਪੰਜਾਬ ਵਿੱਚ ਵਾਪਸ ਲਿਆਂਦਾ ਗਿਆ ਤਾਂ ਬਗਾਵਤ ਦੀ ਅੱਗ ਠੰਡੀ ਹੋ ਸਕਦੀ ਹੈ। ਅੱਗੋਂ ਡਲਹੌਜੀ ਨੇ ਫਿਰੋਜ਼ਪੁਰ ਤੋਂ 31 ਜਨਵਰੀ 1849 ਨੂੰ ਮਾਊਂਟੇਨ ਨੂੰ ਲਿਖਿਆ, ਰਾਣੀ ਨੂੰ ਵਾਪਸ ਲਿਆਉਣ ਦੀ ਤੰਗ ਵਾਲੇ ਸਿੱਖਾਂ ਦੇ ਬਹਾਨੇ ਸਭ ਵਿਅਰਥ ਹਨ। ਜੇ ਭਲਾ ਸਿੱਖ ਵਧੇਰੇ ਇਸ ਗੱਲ ਵਿੱਚ ਸੱਚੇ ਤੇ ਸੰਜੀਦਾ ਹੋਣ ਤਾਂ ਇਹ ਇਸ ਗੱਲ ਲਈ ਹੋਰ ਵਧੇਰੇ ਪੱਕੇ ਸਬੱਬ ਹਨ ਕਿ ਉਹਨਾਂ ਦੀ ਇਹ ਗੱਲ ਨਾ ਮੰਨੀ ਜਾਵੇ। ਪੰਜਾਬ ਵਿੱਚ ਕੇਵਲ ਉਹ ਹੀ ਮਰਦਾਂ ਵਾਲੀ ਸਮਝ ਰੱਖਦੀ ਹੈ ਤੇ ਉਸਦਾ ਵਾਪਸ ਲਿਆਉਣਾ ਸਿਰਫ ਇੱਕ ਉਹ ਚੀਜ਼ ਮੋੜ ਲਿਆ ਖਲੀ ਕਰੇਗਾ ਜਿਸ ਦਾ ਵਰਤਮਾਨ ਸਿੱਖਾਂ ਦੀ ਦੂਜੀ ਲੜਾਈ ਨੂੰ ਸੱਚਮੁੱਚ ਭਿਆਨਕ ਬਣਾਉਣ ਲਈ ਘਾਟਾ ਹੈ, ਭਾਵ ਇੱਕ ਨਿਸ਼ਾਨਾ ਤੇ ਇੱਕ ਦਿਮਾਗ। ਨਿਸ਼ਚੇ ਜਾਣੋ ਕਿ ਹੁਣ ਪਿੱਛੇ ਹਟਣ ਜਾਂ ਕੁਛ ਵਾਪਸ ਦੇਣ ਜਾਂ ਅੱਖ ਚਮਕਣ ਵਾਲਾ ਦਾ ਵੀ ਵੇਲਾ ਨਹੀਂ ਹੈ। ਜਿੰਦਾ ਨੂੰ ਚੁਨਾਰ ਵਿੱਚ ਭੇਜਿਆ ਗਿਆ। ਜਿੰਦ ਕੌਰ ਨੂੰ ਕੈਦ ਵਿੱਚੋਂ ਰਿਹਾ ਕਰਨਾ, ਪੰਜਾਬ ਵਿੱਚ ਵਾਪਸ ਲਿਆਉਣਾ ਇੱਕ ਪਾਸੇ ਰਿਹਾ। ਡਲਹੌਜੀ ਤਾਂ ਉਹਨੂੰ ਸਗੋਂ ਹੋਰ ਨਰਕ ਦੇ ਵਿੱਚ ਸੁੱਟਣਾ ਚਾਹੁੰਦਾ ਸੀ। 29 ਮਾਰਚ 1849 ਨੂੰ ਪੰਜਾਬ ਅੰਗਰੇਜ਼ੀ ਰਾਜ ਵਿੱਚ ਮਿਲਾ ਕੇ ਸਿੱਖ ਰਾਜ ਦਾ ਸਦਾ ਵਾਸਤੇ ਅੰਤ ਕੀਤਾ ਗਿਆ। 6 ਅਪ੍ਰੈਲ 1849 ਨੂੰ ਬਿਨਾਂ ਕਿਸੇ ਗੁਨਾਹ ਦੇ ਜਿੰਦ ਕੌਰ ਨੂੰ ਚੁਨਾਰ ਦੇ ਕਿਲ੍ਹੇ ਵਿੱਚ ਬੰਦ ਕੀਤਾ ਗਿਆ। ਅੱਗੇ ਤਾਂ ਉਹਦੇ ਉੱਤੇ ਕੋਈ ਸਖਤੀ ਕਰਨ ਲੱਗਿਆ ਕਿਸੇ ਬਹਾਨੇ ਦੀ ਲੋੜ ਹੁੰਦੀ ਸੀ, ਪਰ ਹੁਣ ਤਾਂ ਉਸਦੀ ਸਿੱਖ ਕੌਮ ਦੀ ਤਾਕਤ ਬਿਲਕੁਲ ਖਤਮ ਹੋ ਚੁੱਕੀ ਸੀ, ਸੋ ਬਹਾਨਾ ਵੀ ਨਾ ਟੋਲਣਾ ਪਿਆ। ਚੁਨਾਰ ਕਿਲ੍ਹੇ ਦੀ ਕੈਦ ਕਿੰਨੀ ਕਰੜੀ ਸੀ, ਇਸ ਗੱਲ ਤੋਂ ਸਮਝਿਆ ਜਾ ਸਕਦਾ ਕਿ ਉਹ ਜਿੰਦਾ ਕੌਰ ਜੋ ਇੰਨੇ ਅਨਰਥ ਤੇ ਅਤਿਆਚਾਰ ਹੌਸਲੇ ਨਾਲ ਸਹਾਰਦੀ ਆਈ ਸੀ, ਉਹ ਇੱਥੇ ਕੁਛ ਦਿਹਾੜੇ ਵੀ ਨਾ ਕੱਟ ਸਕੀ। ਮਨ ਮਰਜ਼ੀ ਦੀ ਖੁਰਾਕ ਤੇ ਰਿਹਾਇਸ਼ ਤਾਂ ਇੱਕ ਪਾਸੇ ਰਹੀ, ਉਹ ਆਪਣੇ ਨੌਕਰਾਂ ਜਾਂ ਪਹਿਰੇਦਾਰਾਂ ਨਾਲ ਗੱਲ ਤੱਕ ਨਹੀਂ ਸੀ ਕਰ ਸਕਦੀ। ਉਹਦੇ ਕੈਦਖਾਨੇ ਦੇ ਉਜਾਲੇ ਬੜਾ ਸਖਤ ਪਹਿਰਾ ਸੀ। ਇਹ ਉਹ ਜਿੰਦਾ ਸੀ ਜੋ ਇੱਕ ਦਿਨ ਸ਼ੇਰੇ ਪੰਜਾਬ ਦੇ ਮਹਿਲਾਂ ਦੀ ਸਰਦਾਰ ਸੀ ਤੇ ਅੱਜ ਪੱਥਰ ਦੀਆਂ ਸਖਤ ਕੰਧਾਂ ਵਿੱਚ ਘਿਰੀ ਹੋਈ ਮੂੰਹੋਂ ਹਾਏ ਤੱਕ ਨਹੀਂ ਸੀ ਕੱਢ ਸਕਦੀ। ਨਾ ਤੜਪਣੇ ਕੀ ਇਜਾਜ਼ਤ ਹੈ, ਨਾ ਫਰਿਆਦ ਕੀ ਹੈ, ਦਮ ਘੁੱਟ ਕੇ ਮਰ ਜਾਊਂ ਜਿਹੀ ਮਰਜ਼ੀ ਮੇਰੇ ਸਿਆਦ ਕੀ ਹੈ। ਜਿੰਦਾ ਦੇ ਅੰਦਰ ਦੁੱਖਾਂ ਦੇ ਭਾਂਬੜ ਬਲਦੇ ਸਨ। ਬੀਤੀਆਂ ਯਾਦਾਂ ਦਿਲ ਵਿੱਚ ਅੰਗਿਆਰਾਂ ਵਾਂਗ ਫੱਕਦੀਆਂ ਰਹੀਆਂ। ਉਹ ਉੱਠਦੀਆਂ ਆਹੀਂ ਨੂੰ ਅੰਦਰ ਰੋਕਦੀ ਸੀ, ਅੰਦਰ ਸੜਦਾ ਸੀ, ਜੇ ਬਾਹਰ ਕੱਢਦੀ ਤਾਂ ਬਾਹਰ ਸੜਦਾ ਸੀ। ਉਹਦੇ ਦੁੱਖਾਂ ਦਾ ਦਾਰੂ ਕੋਈ ਨਹੀਂ ਰਿਹਾ। ਉਹ ਆਪ ਵੀ ਦੁੱਖ ਰੂਪ ਬਣ ਚੁੱਕੀ ਹੋਈ ਸੀ। ਉਸ ਅਸਮਾਨ ਦੇ ਤਾਰਿਆਂ ਵੱਲ ਵੇਖਦੀ, ਕਿਸੇ ਕਾਲੀ ਬੱਦਲੀ ਨੂੰ ਪਾੜ ਕੇ ਵਿੱਚੋਂ ਕੋਈ ਤਾਰਾ ਢੁਲਕਦਾ ਦਿਸਦਾ ਤਾਂ ਰੇਸੋ ਰੇਸ ਉਸਦੀਆਂ ਕਾਲੀਆਂ ਅੱਖਾਂ ਵਿੱਚੋਂ ਹੰਝੂ ਢੁਲਕ ਜਾਂਦੇ। ਉਹ ਨੇਤਰ ਭਰ ਭਰ ਕੇ ਪਲਟਦੀ, ਕਿਵੇਂ ਹਿੱਕ ਵਿੱਚ ਲੱਗੀ ਬੁੱਝੇ। ਉਹ ਆਪੇ ਰੋਂਦੀ ਤੇ ਆਪੇ ਚੁੱਪ ਕਰ ਜਾਂਦੀ। ਉਹ ਜਿੰਦਾ ਹੈ ਜਿਸ ਦੇ ਚਿਹਰੇ 'ਤੇ ਆਈ ਮੁਸਕਰਾਹਟ ਸ਼ੇਰੇ ਪੰਜਾਬ ਵਾਸਤੇ ਅੰਮ੍ਰਿਤ ਜੀਵਨ ਹੁੰਦੀ ਸੀ, ਜਿਸ ਦੀਆਂ ਅੱਖਾਂ ਵਿੱਚ ਆਏ 2 ਹੰਝੂ ਪ੍ਰਿਥਵੀ ਕੰਬਾ ਦਿੰਦੇ ਸਨ, ਜਿਸ ਦੇ ਮੱਥੇ 'ਤੇ ਪਏ ਵੱਟ ਅਨੇਕਾਂ ਯੋਧਿਆਂ ਦੀਆਂ ਕਮਾਨਾਂ ਨੂੰ ਝੁਕਾ ਦਿੰਦੇ ਸਨ। ਪਰ ਅੱਜ ਨਾ ਉਸਦੇ ਹਾਸਿਆਂ ਵਿੱਚ ਕੋਈ ਕਰਾਮਾਤ ਹੈ, ਨਾ ਹੰਝੂਆਂ ਵਿੱਚ ਕੋਈ ਤਸੀਰ। ਹੰਝੂ ਵੀ ਸਦਾ ਇੱਕੇ ਭਾਅ ਨਹੀਂ ਵਿਕਦੇ, ਕਦੇ ਮੋਤੀਆਂ ਤੋਂ ਮਹਿੰਗੇ ਹੁੰਦੇ ਹਨ ਤੇ ਕਦੇ ਤਰੇਲ ਦੀਆਂ ਬੂੰਦਾਂ ਤੋਂ ਵੀ ਸਸਤੇ। ਕਿਲ੍ਹੇ ਦੀਆਂ ਕੰਧਾਂ ਨਾਲ ਖਹਿੰਦੀਆਂ ਨਦੀ ਦੀਆਂ ਲਹਿਰਾਂ ਵੱਲੇ ਉਹ ਵੇਖਦੀ ਤੇ ਸੋਚਦੀ, ਇਹਨਾਂ ਕਈ ਬੰਨੇ ਢਾਏ ਹਨ, ਕਈ ਪਿੰਡ ਰੋੜੇ ਹਨ, ਕਈ ਬੇੜੀਆਂ ਡੋਬੀਆਂ ਹਨ, ਕਈ ਜਾਨਾਂ ਬਰਬਾਦ ਕੀਤੀਆਂ ਹਨ, ਪਰ ਇਹਨਾਂ ਨੂੰ ਕੋਈ ਸਜ਼ਾ ਨਹੀਂ ਦਿੰਦਾ। ਇਹ ਇੰਨੇ ਪਾਪ ਕਰਨ ਉੱਤੇ ਵੀ ਆਜ਼ਾਦ ਹਨ, ਪਰ ਮੈਂ ਕੋਈ ਗੁਨਾਹ ਨਹੀਂ ਕੀਤਾ, ਫਿਰ ਵੀ ਕੈਦ ਹਾਂ, ਕਿਉਂਕਿ ਮੈਂ ਕੈਦ ਰਹਿਣਾ ਪ੍ਰਵਾਨ ਕਰ ਲਿਆ ਹੈ ਤੇ ਕੈਦ ਰਹਿਣਾ ਨਹੀਂ ਮੰਨਦੀਆਂ। ਠੀਕ ਹੈ, ਬੰਦੀਖਾਨੇ ਕੇਵਲ ਉਹਨਾਂ ਵਾਸਤੇ ਹਨ ਜੋ ਬੰਦੀ ਰਹਿਣਾ ਪ੍ਰਵਾਨ ਕਰ ਲੈਣ, ਪਰ ਕੀ ਮੈਂ ਇਸ ਕੈਦ ਵਿੱਚੋਂ ਆਜ਼ਾਦ ਨਹੀਂ ਹੋ ਸਕਦੀ। ਜਿੰਦਾ ਚੁਨਾਰ ਵਿੱਚੋਂ ਨੱਸ ਗਈ। 18 ਅਪ੍ਰੈਲ 1849 ਦੀ ਅੱਧੀ ਰਾਤ ਉਹ ਦਾਸੀ ਸੰਤਨੀ ਦਾ ਭਗਵਾਂ ਵੇਸ ਕਰਕੇ ਕਿਲ੍ਹਿਓਂ ਬਾਹਰ ਨਿਕਲੀ।
ਪਹਿਰੇ ਵਾਲੇ ਨੇ ਪੁੱਛਿਆ ਕੌਣ ਹੈ, ਤਾਂ ਜਿੰਦਾ ਨੇ ਅੱਗੋਂ ਉੱਤਰ ਦਿੱਤਾ, ਮੈਂ ਜੰਗਲ ਵਿੱਚ ਰਹਿਣ ਵਾਲੀ ਇੱਕ ਉਦਾਸੀ ਸੰਤਨੀ ਹਾਂ। ਮਹਾਰਾਣੀ ਨੇ ਧਰਮ ਉਪਦੇਸ਼ ਦੇਣ ਵਾਸਤੇ ਮੈਨੂੰ ਸੱਦਿਆ ਸੀ। ਉਸ ਨੂੰ ਉਪਦੇਸ਼ ਦੇ ਕੇ ਮੈਂ ਜਿਸ ਤਰ੍ਹਾਂ ਚੋਰੀ ਰਾਤ ਨੂੰ ਆਈ ਸਾਂ ਉਸੇ ਤਰ੍ਹਾਂ ਚੋਰੀ ਬਾਹਰ ਜਾ ਰਹੀ ਹਾਂ। ਪਹਿਰੇਦਾਰ ਡਰ ਨਾਲ ਕੰਬ ਉੱਠਿਆ। ਉਹ ਸੋਚਦਾ ਹੈ ਕਿ ਜੇ ਹਕੂਮਤ ਨੂੰ ਪਤਾ ਲੱਗ ਗਿਆ ਕਿ ਕੋਈ ਬਾਹਰੋਂ ਮਹਾਰਾਣੀ ਨੂੰ ਮਿਲਣ ਆਉਂਦਾ ਹੈ ਤਾਂ ਪਤਾ ਨਹੀਂ ਕੀ ਸਜ਼ਾ ਮਿਲੇ। ਸੋ ਚੰਗਾ ਹੈ ਕਿ ਜਿਵੇਂ ਚੋਰੀ ਆਈ ਹੈ ਉਸੇ ਤਰ੍ਹਾਂ ਚਲੀ ਜਾਵੇ ਤੇ ਕਿਸੇ ਦੂਸਰੇ ਨੂੰ ਪਤਾ ਨਾ ਲੱਗੇ। ਸੋ ਉਸਨੇ ਮੁੜ ਕੇ ਨਾ ਆਉਣ ਦੀ ਤਾੜਨਾ ਕਰਕੇ ਜਿੰਦਾ ਨੂੰ ਬਾਹਰ ਚਲੀ ਜਾਣ ਦਿੱਤਾ। ਪਹਿਰੇਦਾਰ ਦਾ ਡਰ ਮਹਾਰਾਣੀ ਦੀ ਰਿਹਾਈ ਦਾ ਵਸੀਲਾ ਬਣਿਆ। ਮਹਾਰਾਣੀ ਕਿਲਿਓਂ ਬਾਹਰ ਹੋਈ ਤੇ ਵਗਦੀ ਨਦੀ ਵਿੱਚ ਛਾਲ ਮਾਰ ਦਿੱਤੀ। ਲਹਿਰਾਂ ਨਾਲ ਲੜਦੀ ਤੇ ਆਪਣੀ ਕਿਸਮਤ ਨਾਲ ਘੋਲ ਕਰਦੀ ਉਹ ਨਦੀਓਂ ਪਾਰ ਹੋਈ। ਸੂਰਜ ਚੜ੍ਹਿਆ, ਸਾਰੇ ਚਾਨਣ ਹੋ ਗਿਆ, ਪਰ ਜਿੰਦਾ ਦੇ ਜੀਵਨ ਪੱਧ ਵਿੱਚ ਅੱਗੇ ਨਾਲੋਂ ਵੀ ਵਧੇਰੇ ਹਨੇਰਾ ਵੱਧ ਗਿਆ। ਉਸਨੂੰ ਸੁੱਝਦਾ ਨਹੀਂ ਸੀ ਕੋਈ ਕਿੱਧਰ ਨੂੰ ਜਾਵੇ। ਚਿਨਾਰ ਵਿੱਚੋਂ ਜਿੰਦਾ ਦੇ ਨੱਸਣ ਜਾਣ ਦੀ ਖਬਰ ਜੰਗਲ ਦੀ ਅੱਗ ਵਾਂਗ ਸਾਰੇ ਖਿੱਲਰ ਗਈ। ਸਿਪਾਹੀ ਥਾਂ ਥਾਂ ਉਸਦੀ ਭਾਲ ਕਰਨ ਲੱਗੇ। ਦੂਰੋਂ ਦਰਖਤਾਂ ਦੇ ਹਿਲਦੇ ਪਰਛਾਵੇਂ ਵੀ ਮਹਾਰਾਣੀ ਦੀ ਭਾਲ ਕਰਦੇ ਅੰਗਰੇਜ਼ੀ ਸਿਪਾਹੀ ਭਾਸਦੇ ਸਨ। ਬਿਰਛਾਂ ਵਿੱਚ ਦੀ ਛਾਂ ਕਰਦਿਆਂ ਲੰਘਦਿਆਂ ਪੌਣ ਦੇ ਬੁੱਲਿਆਂ ਵਿੱਚੋਂ ਉਸਨੂੰ ਵੈਰੀ ਦੀ ਗੋਲੀ ਦੀ ਆਵਾਜ਼ ਆਉਂਦੀ। ਜਰਾ ਕੁ ਪੱਤਰ ਵੀ ਹਿਲਦਾ ਤਾਂ ਸ਼ਿਕਾਰੀ ਦੇ ਡਰ ਨਾਲ ਟੁੱਟੇ ਹੋਏ ਪਰਾਂ ਵਾਂਗ ਪੰਛੀ ਉਸਦੀ ਛਾਤੀ ਧੜਕਣ ਲੱਗ ਪੈਂਦੀ। ਉਹਦੇ ਦਿਨੇ ਝਾੜੀਆਂ ਵਿੱਚੋਂ ਲੁੱਕ ਕੇ ਕੱਟਦੀ ਤੇ ਰਾਤੀ ਪੰਧ ਪੈ ਜਾਂਦੀ। ਪੰਧ ਹੀ ਤੁਰਿਆ ਜਾ ਰਿਹਾ ਸੀ, ਪਰ ਉਸਨੂੰ ਨੂੰ ਵੀ ਪਤਾ ਨਹੀਂ ਸੀ ਕਿ ਉਹਨੇ ਕਿੱਥੇ ਪਹੁੰਚਣਾ ਹੈ। ਸੁੰਨੀ ਦੁਨੀਆ ਵਿੱਚ ਇਕੱਲੀ ਜਿੰਦਾ ਜਾ ਰਹੀ ਸੀ। ਉਹਦੇ ਸੰਬੰਧੀ, ਉਸਦੇ ਆਪਣੇ, ਉਸਦੇ ਨਸੀਬ, ਉਸਦੇ ਭਾਗ ਸਭ ਸਾਂਝਾਂ ਤੋੜ ਗਏ ਸਨ। ਸਾਰੇ ਸਾਥ ਛੱਡ ਕੇ ਕੇਵਲ ਦੁੱਖ ਤੇ ਗਮ ਹੀ ਨਾਲ ਰਹਿ ਗਏ। ਅਖੀਰ ਆਇਆ ਜੋ ਵਕਤ ਬੰਦ, तो सब ने राह ली अपनी, हजारों सैकड़ों में दर्द वो गम दो आशा ना ठहरे। ਜਿੰਦਾ ਫਿਰ ਨੇਪਾਲ ਵਿੱਚ ਜਾਂਦੀ ਹੈ। ਅੰਤ ਭਟਕਦੀ ਜਿੰਦਾ ਨੇਪਾਲ ਜਾ ਪਹੁੰਚੀ। ਨੇਪਾਲੀ ਸਿਪਾਹੀਆਂ ਨੇ ਪੰਜਾਬ ਦੀਆਂ ਲੜਾਈਆਂ ਵਿੱਚ ਅੰਗਰੇਜ਼ਾਂ ਦੀ ਬੜੀ ਮਦਦ ਕੀਤੀ ਸੀ। ਜਿੰਦਾ ਨੂੰ ਉਹਨਾਂ ਦਾ ਨਾਮ ਸੁਣ ਕੇ ਅੱਗ ਲੱਗ ਉੱਠਦੀ ਸੀ। ਉਹ ਨੇਪਾਲ ਨੂੰ ਆਪਣਾ ਵੈਰੀ ਸਮਝਦੀ ਸੀ, ਪਰ ਜਦੋਂ ਹੋਰ ਕੋਈ ਆਸਰਾ ਨਾ ਰਿਹਾ ਤਾਂ ਜਿੰਦਾ ਨੂੰ ਰੋਟੀ ਬਦਲੇ ਉਸ ਨੇਪਾਲ ਦੇ ਰਾਣਾ ਜੰਗ ਬਹਾਦਰ ਅੱਗੇ ਝੋਲੀ ਅੱਡਣੀ ਪਈ। ਕੁਦਰਤ ਦੇ ਰੰਗ ਨੇ ਹੀਰੇ ਤੇ ਮੋਤੀ ਦਾਨ ਕਰਨ ਵਾਲੇ ਕਦੀ ਰੋਟੀ ਦੀ ਭਿੱਖਿਆ ਵੀ ਮੰਗਦੇ ਫਿਰਦੇ ਹਨ। ਜਿਸ ਸ਼ੇਰੇ ਪੰਜਾਬ ਦੀ ਧਾਕ ਸਾਰੀ ਦੁਨੀਆ 'ਤੇ ਪਈ ਹੋਈ ਸੀ, ਜਿਸ ਦੇ ਬੂਹੇ ਉੱਤੇ ਵੱਡੇ ਬਾਦਸ਼ਾਹ ਤੇ ਰਾਜਦੂਤ ਜਰਾਨੇ ਵਾਸਤੇ ਬੇਨਤੀ ਕਰਨ ਲਈ ਖੜ੍ਹੇ ਰਹਿੰਦੇ ਸਨ, ਜਿਸ ਦੀ ਮਿੱਤਰਤਾ ਨੂੰ ਅੰਗਰੇਜ਼ ਸੁਭਾਗ ਸਮਝਦੇ ਸਨ, ਜਿਸ ਦੀ ਤੀਗ ਤੇ ਦੇਗ ਦੋਵੇਂ ਮਸ਼ਹੂਰ ਸਨ, ਜਿਸ ਦੇ ਦਾਨ ਨਾਲ ਕੰਗਾਲ ਸ਼ਾਹ ਹੋ ਗਏ ਸਨ, ਜਿਸ ਦੇ ਰਾਜ ਵਿੱਚ ਕੋਈ ਭੁੱਖਾ ਨਹੀਂ ਸੀ ਰਿਹਾ। ਅੱਜ ਉਸ ਸ਼ੇਰੇ ਪੰਜਾਬ ਦੀ ਮਹਿਬੂਬਾ ਮਹਾਰਾਣੀ ਜਿੰਦ ਕੌਰ ਫਕੀਰਨੀ ਵਾਂਗ ਝੋਲੀ ਅੱਡ ਕੇ ਰਾਣਾ ਜੰਗ ਬਹਾਦਰ ਦੇ ਸਾਹਮਣੇ ਰੋਟੀ ਦੀ ਭੀਖ ਮੰਗ ਰਹੀ ਸੀ। ਜਿੰਦਾ ਨੂੰ ਗੁਜ਼ਾਰਾ ਦਿੱਤਾ ਗਿਆ। ਦੁਖੀ ਜਿੰਦਾ ਦੇ ਹਾਲ ਉੱਤੇ ਰਾਣਾ ਜੰਗ ਬਹਾਦਰ ਨੂੰ ਤਰਸ ਆ ਗਿਆ। ਉਸਨੇ ਆਪਣੇ ਰਾਜ ਵਿੱਚ ਉਸ ਭਾਗਣੀ ਨੂੰ ਆਸਰਾ ਦੇਣਾ ਮੰਨਿਆ। 20,000 ਰੁਪਇਆ ਸਾਲਾਨਾ ਆਪਣੇ ਖਜ਼ਾਨੇ ਵਿੱਚੋਂ ਮਹਾਰਾਣੀ ਦੇ ਨਿਰਬਾਹ ਵਾਸਤੇ ਨਿਯਤ ਕੀਤਾ, ਪਰ ਨਾਲ ਹੀ ਮਹਾਰਾਣੀ ਨੂੰ ਖਟਮੰਡੂ ਵਿੱਚ ਰਹਿਣ ਵਾਲੇ ਅੰਗਰੇਜ਼ ਰੈਜੀਡੈਂਟ ਦੀ ਨਿਗਰਾਨੀ ਵਿੱਚ ਦੇ ਦਿੱਤਾ। ਇੱਥੇ ਉਹ 12 ਸਾਲ ਕੈਦ ਰਹੀ। ਜਿੰਦਾ ਨੇਪਾਲ ਚਲੀ ਗਈ। ਡਲਹੌਜੀ ਦੇ ਇਹ ਵੀ ਦਿਲ ਦੀ ਹੋਈ। ਉਹ 1 ਮਈ 1849 ਨੂੰ ਈਸਵੀ ਦੇ ਖੱਤ ਵਿੱਚ ਲਿਖਦਾ ਹੈ ਕਿ ਜਿੰਦਾ ਚਿਨਾਰ ਵਿੱਚੋਂ ਨੱਸ ਗਈ, ਉਹ ਨੇਪਾਲ ਚਲੀ ਗਈ ਤਾਂ ਪੈਨਸ਼ਨ ਬੰਦ ਕਰ ਦਿੱਤੀ ਜਾਵੇਗੀ। ਉਹਦੇ ਕੋਲ ਪੈਸਾ ਨਹੀਂ, ਉਹ ਸਾਡਾ ਕੁਝ ਵਿਗਾੜ ਨਹੀਂ ਸਕੇਗੀ। ਪਰੋਵਾਲ ਦੀ ਸੁਲ੍ਹਾ ਵਿੱਚ ਮਹਾਰਾਣੀ ਨੂੰ 2.5 ਲੱਖ ਸਾਲਾਨਾ ਪੈਨਸ਼ਨ ਕੀਤੀ ਸੀ। ਬਨਾਰਸ ਤੇ 12,000 ਰੁਪਇਆ ਕਰ ਦਿੱਤੀ ਗਈ। ਭਲਾ ਹੋਇਆ ਕਿ ਉਸ 12,000 ਤੋਂ ਵੀ ਛੁੱਟੀ ਹੋਈ। ਹੁਣ ਅਸੀਂ ਮਹਾਰਾਜਾ ਦਲੀਪ ਸਿੰਘ ਦਾ ਹਾਲ ਦੱਸਦੇ ਹਾਂ। ਮਹਾਰਾਜਾ ਦਲੀਪ ਸਿੰਘ ਤੇ ਉਸਦੀ ਰਹਿਣੀ। ਦਲੀਪ ਸਿੰਘ ਹੁਣ 5 ਸਾਲ ਤੇ 11 ਦਿਨ ਦਾ ਸੀ ਜਦ ਮਹਾਰਾਜ ਸ਼ੇਰ ਸਿੰਘ ਦੇ ਕਤਲ ਹੋਣ ਤੇ ਉਸ ਨੂੰ ਸਿੱਖਾਂ ਦਾ ਬਾਦਸ਼ਾਹ ਬਣਿਆ ਸੀ। ਉਸ ਸਮੇਂ ਤੋਂ ਉੱਚੀ ਸਿੱਖਿਆ ਦਾ ਪ੍ਰਬੰਧ ਹੋਇਆ। 2 ਵਿਦਵਾਨ ਗ੍ਰੰਥੀ ਉਸ ਨੂੰ ਪੰਜਾਬੀ ਤੇ ਧਾਰਮਿਕ ਵਿੱਦਿਆ ਦੇਣ ਵਾਸਤੇ ਨਿਯਤ ਕੀਤੇ ਗਏ। ਹਰ ਰੋਜ਼ ਦੋਵੇਂ ਵੇਲੇ ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣਦਾ, ਨੇਮ ਨਾਲ ਸ਼ਬਦ ਦੀ ਕਥਾ ਸਮਝਾਈ ਜਾਂਦੀ, ਅੰਮ੍ਰਿਤ ਵੇਲੇ ਗੁਰ ਕੀਰਤਨ ਕਰਦਾ, ਸੰਧਿਆ ਨੂੰ ਰਹਿਰਾਸ ਦਾ ਪਾਠ ਬੜੀ ਸ਼ਰਧਾ ਨਾਲ ਬੈਠਦਾ। ਪੁਰਾਤਨ ਸਿੱਖਾਂ ਤੇ ਗੁਰੂਆਂ ਦੇ ਕਾਰਨਾਮੇ ਉਹ ਬੜੇ ਚਾਅ ਨਾਲ ਸੁਣਦਾ ਸੀ। ਇੱਕ ਉਸਤਾਦ ਮੌਲਵੀ ਉਸ ਨੂੰ ਫਾਰਸੀ ਪੜ੍ਹਾਉਂਦਾ ਸੀ। ਉਸ ਦੀ ਹਰ ਤਰ੍ਹਾਂ ਦੀ ਸਿੱਖਿਆ ਮਹਾਰਾਣੀ ਜਿੰਦ ਕੌਰ ਦੇ ਪ੍ਰਬੰਧ ਹੇਠ ਸੀ। ਇਸ ਵਾਸਤੇ ਉਹ ਉਸ ਨੂੰ ਹਰ ਤਰ੍ਹਾਂ ਦਾ ਚੰਗਾ ਯੋਗ ਮਹਾਰਾਜਾ ਬਣਾਉਣ ਦੇ ਯਤਨ ਕਰਦੀ ਸੀ। ਮਹਾਰਾਜੇ ਦੀ ਉਮਰ ਦੇ 60 ਸਿੱਖ ਲੜਕੇ ਉਸਦੇ ਖੇਡ ਸਾਥੀ ਸਨ। ਉਹ ਫੌਜੀ ਵਰਦੀ ਵਿੱਚ ਜੰਗੀ ਖੇਡਾਂ ਕਰਦੇ, ਕਵਾਇਦ ਕਰਦੇ ਤੇ ਮਹਾਰਾਜਾ ਉਹਨਾਂ ਦਾ ਸੈਨਾਪਤੀ ਹੁੰਦਾ। ਲੜਕਿਆਂ ਤੋਂ ਫੋਕੀਆਂ ਲੜਾਈਆਂ ਕਰਾ ਕੇ ਮਹਾਰਾਜੇ ਨੂੰ ਯੁੱਧ ਵਿੱਦਿਆ ਸਿਖਾਈ ਜਾਂਦੀ। ਬੰਦੂਕ ਦਾ ਨਿਸ਼ਾਨਾ, ਤਲਵਾਰ ਚਲਾਉਣੀ, ਘੋੜੇ ਦੀ ਸਵਾਰੀ ਉਸ ਨੂੰ ਸਿਖਾਈ ਜਾਂਦੀ। 20 ਦਰਬਾਰੀ ਡਾਕਟਰ ਮਹਾਰਾਜੇ ਦੀ ਅਰੋਗਤਾ ਦਾ ਸੰਭਾਲ ਵਾਸਤੇ ਨਿਯਤ ਕੀਤੇ ਗਏ ਸਨ। ਉਸ ਦੇ ਸਰੀਰ ਦੀ ਰਾਖੀ ਵਾਸਤੇ ਬਾਡੀਗਾਰਡ 200
ਘੋੜਸਵਾਰ 2 ਕੰਪਨੀਆਂ ਪੈਦਲ ਤੇ ਇੱਕ ਤੋਪ ਹੁੰਦੀ ਸੀ। ਜਦੋਂ ਹਾਥੀ ਤੇ ਚੜ੍ਹ ਕੇ ਸ਼ਹਿਰ ਜਾਂਦਾ ਸੀ, ਗਰੀਬਾਂ ਦੀ ਭੀੜ ਵਿੱਚ ਰੁਪਇਆ ਸੁੱਟਿਆ ਜਾਂਦਾ ਸੀ। ਹਰ ਮਹੀਨੇ ਦੀ ਸੰਗਰਾਂਦ ਨੂੰ ਮਹਾਰਾਜੇ ਦਾ ਭਾਰ ਕਰਕੇ ਕਦੇ ਅਨਾਜ, ਕਦੇ ਤਿਲ ਤੇ ਕਦੇ ਘਿਓ, ਕਦੇ ਧਾਤ ਦਾਨ ਕੀਤਾ ਜਾਂਦਾ ਸੀ। ਦੁਸਹਿਰੇ ਨੂੰ ਵੱਡੇ ਖੁੱਲ੍ਹੇ ਦਰਬਾਰ ਵਿੱਚ ਸਰਦਾਰਾਂ ਤੇ ਜਗੀਰਦਾਰਾਂ ਕੋਲੋਂ ਨਜ਼ਰਾਨੇ ਲਏ ਜਾਂਦੇ ਤੇ ਯੋਗ ਅਧਿਕਾਰੀਆਂ ਨੂੰ ਇਨਾਮ ਦਿੱਤੇ ਜਾਂਦੇ ਸੀ। ਅਗਸਤ 1847 ਤੋਂ ਪਿੱਛੋਂ 7 ਅਗਸਤ 1847 ਤੋਂ ਪਿੱਛੋਂ ਪਹਿਲਾਂ ਦਲੀਪ ਸਿੰਘ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਕੋਈ ਫਰਕ ਨਾ ਪਿਆ। ਤੇਜ ਸਿੰਘ ਦੇ ਤਿਲਕ ਦੀ ਘਟਨਾ ਪਿੱਛੋਂ ਸਾਰਾ ਰੰਗ ਢੰਗ ਕੁਛ ਬਦਲ ਗਿਆ। 9 ਮਾਰਚ 1848 ਨੂੰ ਫਰੈਡਰਿਕ ਕਰੀ ਪੰਜਾਬ ਦਾ ਰੈਜ਼ੀਡੈਂਟ ਬਣਿਆ ਸੀ। ਉਸ ਦੇ ਆਉਣ ਉੱਤੇ ਦਲੀਪ ਸਿੰਘ ਦੇ ਰਹਿਣ ਸਹਿਣ ਵਿੱਚ ਵਧੇਰੇ ਫਰਕ ਪੈ ਗਿਆ। ਕਰੀ ਨੇ ਦਲੀਪ ਸਿੰਘ ਨੂੰ ਅੰਗਰੇਜ਼ੀ ਪੜ੍ਹਾਉਣ ਵਾਸਤੇ 2 ਉਸਤਾਦ ਮੈਲਵਿਨ ਤੇ ਰਿਚਰਡ ਪੋਲਿਕ ਰੱਖ ਦਿੱਤੇ ਗਏ। ਬਗਾਵਤ ਸਮੇਂ 1849 ਵਿੱਚ ਬਗਾਵਤ ਹੋਈ, ਜੋ ਵੇਲੇ ਸਿਰ ਨਾ ਦਬਾਉਣ ਕਰਕੇ ਦਿਨੋਂ ਦਿਨ ਵੱਧਦੀ ਗਈ। ਸਾਰੀ ਗੜਬੜ ਸਮੇਂ ਲਾਹੌਰ ਵਿੱਚ ਪੂਰਾ ਅਮਨ ਰਿਹਾ। ਉਧਰ ਰੈਬਟ ਦੇ ਕਾਰਨ ਹਜ਼ਾਰੇ ਵਿੱਚ ਚਤਰ ਸਿੰਘ ਨਾਲ ਝਗੜਾ ਵਧਿਆ। 29 ਅਗਸਤ 1848 ਨੂੰ ਮਲਤਾਨ ਤੋਂ ਮੇਜਰ ਐਡਵਰਸ ਨੇ ਰੈਜ਼ੀਡੈਂਟ ਨੂੰ ਚਿੱਠੀ ਲਿਖੀ, ਮਹਾਰਾਜੇ ਦੀ ਅੱਛੀ ਤਰ੍ਹਾਂ ਰਾਖੀ ਕਰੋ, ਕਿਉਂਕਿ ਸ਼ਮਸ਼ੇਰ ਸਿੰਘ ਕਹਿੰਦਾ ਹੈ ਕਿ ਜਦੋਂ ਮਹਾਰਾਜਾ ਸ਼ਾਲੀਮਾਰ ਬਾਗ ਵਿੱਚ ਜਾਂ ਕਿਤੇ ਘੋੜੇ 'ਤੇ ਸੈਰ ਕਰ ਰਿਹਾ ਹੋਵੇਗਾ ਤਾਂ ਚਤਰ ਸਿੰਘ ਮਹਾਰਾਜੇ ਨੂੰ ਚੁੱਕ ਲੈ ਜਾਣ ਦੀ ਕੋਸ਼ਿਸ਼ ਕਰੇਗਾ। ਫਿਰ ਦਲੀਪ ਸਿੰਘ ਨਾਲ ਲੜਾਈ ਕਰਨ ਦੇ ਸਾਥੋਂ ਕਾਰਨ ਪੁੱਛੇਗਾ, ਜਿਸ ਦਲੀਪ ਸਿੰਘ ਨਾਲ ਅਸੀਂ ਸੁਲ੍ਹਾ ਕੀਤੀ ਹੋਈ ਹੈ। ਗੁਲਾਬ ਸਿੰਘ ਤੇ ਹੋਰ ਨੌਕਰ ਉੱਪਰਲੀ ਚਿੱਠੀ ਪਹੁੰਚਦਿਆਂ ਰੈਜ਼ੀਡੈਂਟ ਨੇ ਦਲੀਪ ਸਿੰਘ ਦੇ ਸਾਰੇ ਦੇਸੀ ਨੌਕਰ ਹਟਾ ਦਿੱਤੇ ਤੇ ਉੱਪਰੇ ਉਹਨਾਂ ਦੀ ਥਾਂ 'ਤੇ ਲਾ ਦਿੱਤੇ। ਕਿਲ੍ਹੇ ਤੇ ਮਹਾਰਾਜੇ ਦੇ ਮਹਿਲ ਦੀ ਰਾਖੀ ਵਾਸਤੇ ਅੰਗਰੇਜ਼ੀ ਰੈਜੀਮੈਂਟ ਲਾ ਦਿੱਤੀ ਗਈ। ਚਤਰ ਸਿੰਘ ਅਟਾਰੀ ਵਾਲੇ ਦਾ ਛੋਟਾ ਪੁੱਤਰ ਗੁਲਾਬ ਸਿੰਘ ਹਰ ਵੇਲੇ ਮਹਾਰਾਜੇ ਦੇ ਕੋਲ ਰਹਿੰਦਾ ਹੁੰਦਾ ਸੀ। ਰਾਤ ਵੀ ਉਹ ਮਹਾਰਾਜੇ ਦੇ ਕੋਲ ਸੌਂਦਾ। ਉਹਨੂੰ ਮਹਾਰਾਜੇ ਤੋਂ ਨਖੇੜ ਕੇ ਕੈਦ ਕੀਤਾ ਗਿਆ। ਇਹਨਾਂ ਤਬਦੀਲੀਆਂ ਤੋਂ ਦਲੀਪ ਸਿੰਘ ਸਮਝਦਾ ਸੀ ਕਿ ਬਾਹਰ ਕੁਝ ਹੋ ਰਿਹਾ, ਨਹੀਂ ਤਾਂ ਇਸ ਲੜਾਈ ਦੇ ਹਾਲ ਉਸ ਨੂੰ ਨਹੀਂ ਦੱਸੇ ਜਾਂਦੇ ਸਨ। ਆਖਰੀ ਐਲਾਨ ਤੇ ਦਲੀਪ ਸਿੰਘ। ਅੰਤ ਲੜਾਈ ਖਤਮ ਹੋ ਗਈ। ਗਵਰਨਰ ਜਨਰਲ ਡਲਹੌਜੀ ਦਾ ਐਲਾਨ ਹੋਇਆ। ਇਲੀਅਟ ਕੋ ਲਾਹੌਰ ਪੁੱਜਾ। 29 ਮਾਰਚ 1849 ਨੂੰ ਐਲਾਨ ਦਰਬਾਰ ਵਿੱਚ ਇਲੀਅਟ ਨੇ ਅੰਗਰੇਜ਼ੀ ਪੜ੍ਹਿਆ, ਫਿਰ ਉਸ ਦਾ ਉਲਟਾ ਫਾਰਸੀ ਤੇ ਹਿੰਦੀ ਵਿੱਚ ਕਰਕੇ ਸੁਣਾਇਆ। ਮਹਾਰਾਜਾ ਦਲੀਪ ਸਿੰਘ ਉਸ ਟਾਈਮ ਦੇ ਵਿੱਚ 10 ਸਾਲ 6 ਮਹੀਨੇ ਦੇ 29 ਦਿਨ ਦੇ ਸੀ, ਸੋ ਐਲਾਨ ਦੇ ਅਰਥ ਨਾ ਸਮਝ ਸਕੇ ਤਾਂ ਕੇਵਲ ਨੌਕਰਾਂ ਦੇ ਆਖਣ ਤੇ ਉਹਨਾਂ ਨੇ ਸੁਲ੍ਹਾ ਤੇ ਦਸਤਖਤ ਕਰ ਦਿੱਤੇ ਸੀ। ਜਿੰਨਾ ਕੋ ਸਮਝ ਸਕਦਾ ਸੀ, ਉਸ ਦੇ ਖਿਆਲ ਵਿੱਚ ਅਹਿਮਦਨਾਮੇ ਦੀਆਂ ਸ਼ਰਤਾਂ ਸਨ। ਸਰ ਜੌਹਨ ਲਾਗਨ ਦੇ ਜੋ ਸੁਲ੍ਹਾ ਪਿੱਛੋਂ ਕਈ ਸਾਲ ਮਹਾਰਾਜੇ ਦਾ ਰਖਵਾਲਾ ਰਿਹਾ ਹੈ, ਉਹ ਕੀ ਲਿਖਦਾ ਹੈ ਕਿ ਬਾਲਕ ਮਹਾਰਾਜਾ ਹੋਰ ਤਾਂ ਕੁਛ ਨਹੀਂ ਸਮਝ ਸਕਿਆ, ਪਰ ਇਹ ਜ਼ਰੂਰ ਅਨੁਭਵ ਕਰ ਗਿਆ ਸੀ ਕਿ ਉਸ ਉੱਤੇ ਲਾਈਆਂ ਗਈਆਂ ਸ਼ਰਤਾਂ ਬੜੀਆਂ ਕੜਵੀਆਂ ਤੇ ਮਾਰੂ ਹਨ। ਖਾਸ ਕਰਕੇ ਉਹਨਾਂ ਵੱਲੋਂ ਬਿਨਾਂ ਕਿਸੇ ਗੁਨਾਹ ਦੇ ਤਖਤ ਖੋਇਆ ਗਿਆ, ਨਿਰਾ ਉਹਨਾਂ ਲੋਕਾਂ ਦੀਆਂ ਦਗੇਬਾਜ਼ੀਆਂ ਦੇ ਕਾਰਨ ਜਿਨ੍ਹਾਂ ਨੂੰ ਅਸਾਂ ਉਹਨਾਂ ਦੇ ਉਦਾਲੇ ਤਾਕਤਵਰ ਬਣਾ ਦਿੱਤਾ ਸੀ। ਸਰਕਾਰ ਅੰਗਰੇਜ਼ੀ ਦੀ ਰੱਖਿਆ ਵਿੱਚ ਆਉਣ ਤੋਂ ਪਹਿਲਾਂ ਡਾਵਾਂਡੋਲ ਹਾਲਤ ਵਿੱਚ ਸੀ। ਜਿਨ੍ਹਾਂ ਔਕੜਾਂ ਵਿੱਚ ਘਿਰਿਆ ਹੋਇਆ ਸੀ, ਉਹਨਾਂ ਵੀ ਉਸਦੇ ਦਿਲ 'ਤੇ ਡੂੰਘਾ ਅਸਰ ਪਾਇਆ। ਇਹਨਾਂ ਕਾਰਨਾਂ ਕਰਕੇ ਰਾਜ ਭਾਗ ਛੱਡ ਕੇ ਨਵੇਕਲੀ ਜ਼ਿੰਦਗੀ ਗੁਜ਼ਾਰਨ ਵਾਸਤੇ ਮਜਬੂਰ ਹੋ ਗਿਆ। ਲਾਰਡ ਡਲਹੌਜੀ ਨੇ ਜਿਸ ਦਲੀਪ ਸਿੰਘ ਨੂੰ ਆਪਣੀ ਰੱਖਿਆ ਵਿੱਚ ਲਿਆ ਸੀ, ਉਸਦੇ ਰਾਜ ਵਿੱਚ ਅਮਨ ਕਾਇਮ ਰੱਖਣ ਦਾ ਉਹ ਠੇਕੇਦਾਰ ਸੀ। ਉਹਨੂੰ ਆਪਣਾ ਪੁੱਤਰ ਮੰਨਦਾ ਸੀ ਤੇ ਉਹ ਬਾਲਕ ਮਹਾਰਾਜੇ ਦਾ ਰਾਜ ਖੋ ਕੇ ਖੁਸ਼ੀ ਵਿੱਚ ਫੁੱਲਿਆ ਨਾ ਸਮਾਇਆ। 30 ਮਾਰਚ 1849 ਨੂੰ ਡਲਹੌਜੀ ਆਪਣੀ ਜਾਤੀ ਚਿੱਠੀ ਵਿੱਚ ਲਿਖਦਾ ਹੈ ਕਿ ਜੋ ਕੁਝ ਮੈਂ ਕੀਤਾ ਹੈ ਆਪਣੀ ਜ਼ਿੰਮੇਵਾਰੀ 'ਤੇ ਕੀਤਾ ਹੈ। ਹਰ ਇੱਕ ਦਿਨ ਐਸਾ ਨਹੀਂ ਆਉਂਦਾ ਜਿਸ ਦਿਨ ਹਕੂਮਤ ਦਾ ਇੱਕ ਅਫਸਰ ਸਰਕਾਰੀ ਅੰਗਰੇਜ਼ੀ ਦੀ 40 ਲੱਖ ਪਰਜਾ ਹੋਰ ਵਧਾ ਦੇਵੇ ਤੇ ਮੁਗਲਾਂ ਵਾਲਾ ਇਤਿਹਾਸਕ ਹੀਰਾ ਕੋਹਿਨੂਰ ਆਪਣੇ ਸ਼ਾਹੀ ਤਾਜ ਵਿੱਚ ਟਿਕਾ ਦੇਵੇ। ਇਹ ਕੁਛ ਮੈਂ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।